दावा द्वारा थोड़े थोड़े कुलमाए होए फुल मैनू बड़े चंगे लगते ने। ਤੋਰੀ ਤੇ ਜਰਦ ਫੁੱਲਾਂ ਤੋਂ ਜਦੋਂ ਸੂਰਜ ਦੀਆਂ ਪੀਲੀਆਂ ਕਿਰਨਾਂ ਦੇ ਨਾਲ ਤਰੇਲ ਮੁੱਕਣ ਲੱਗਦੀ ਏ ਤੇ ਉਹ ਫੁੱਲ ਬੜੇ ਚਮਤਕਾਰ ਤੇ ਸੋਹਣੇ ਲੱਗਦੇ ਨੇ। ਪਰ ਜਦੋਂ ਸੂਰਜ ਦੀਆਂ ਕਿਰਨਾਂ ਵਿੱਚ ਥੋੜੀ ਜਿਹੀ ਗਰਮੀ ਆ ਜਾਂਦੀ ਏ ਤੇ ਉਹ ਫੁੱਲ ਕੁਝ ਸਹਿਮੇ ਜਿਹੇ ਜਾਂਦੇ ਨੇ। ਤਾਜ਼ਗੀ ਇੱਕ ਪਾਸੇ ਦੀ ਮੁਰਝਾਉਣ ਦੂਜੇ ਪਾਸੇ ਤੇ ਤੋਰੀ ਦੇ ਫੁੱਲਾਂ ਦਾ ਵਿਚਲਾ ਸਫ਼ਰ ਬਸ ਉਹ ਸਫ਼ਰ ਮੈਨੂੰ ਬੜਾ ਚੰਗਾ ਲੱਗਦਾ ਹੈ। ਖੋਰੇ ਜ਼ਿੰਦਗੀ ਵੀ ਉਹੀ ਸਫ਼ਰ ਹੈ। ਜ਼ਿੰਦਗੀ ਵਿੱਚ ਤਾਂ ਉਹ ਸਫ਼ਰ ਪਏ ਕੀ ਨਹੀਂ, ਪਰ ਰਤਨ ਸਿੰਘ ਤੇ ਮੈਂ ਜਦੋਂ ਆਖਰੀ ਰਾਤ ਆਪਸ ਵਿੱਚ ਮਿਲੇ ਸਾਂ, ਉਹਦੇ ਚਿਹਰੇ ਤੇ ਉਹੀ ਸਫ਼ਰ ਸੀ, ਤੋਰੀ ਤੇ ਫੁੱਲਾਂ ਦੇ ਵਿਚਲੇ ਦਾ ਸਫ਼ਰ। 7 ਵਰ੍ਹੇ ਲੰਘ ਗਏ ਸਨ, ਪਰ ਰਤਨ ਸਿੰਘ ਦੇ ਵੱਡੇ ਸੁਰਖ ਗੁਲਾਬ ਦੇ ਫੁੱਲ ਵਾਂਗੂ ਦਾ ਚਿਹਰਾ, ਜਿੱਦਾਂ ਦਾ ਮੈਂ ਪਹਿਲੀ ਵਾਰ ਪੀਲੇ ਪਰਛਾਵੇਂ ਵੇਖਿਆ ਸੀ, ਅੱਜ ਤੱਕ ਮੇਰੀਆਂ ਅੱਖਾਂ ਅੱਗੇ ਫਿਰਦਾ ਹੈ। ਉਦੋਂ ਮੈਨੂੰ ਇੰਜ ਲੱਗਦਾ ਹੈ ਜਿਵੇਂ ਕਿਸੇ ਨੇ ਮੇਰੇ ਦਿਲ ਨੂੰ ਮੁੱਠ ਵਿੱਚ ਫੜ ਕੇ ਕੁੱਟ ਦਿੱਤਾ ਹੋਵੇ। ਸ਼ਹਿਰ ਵਿੱਚ ਫਿਰਦਿਆਂ ਜਦੋਂ ਮੈਂ ਆਪਣਾ ਰਤਨ ਸਿੰਘ ਵਰਗਾ ਗੱਭਰੂ ਕਿਤੇ ਵੇਖਣਾ ਤੇ ਮੇਰੇ ਅੰਦਰ ਕੋਈ ਸ਼ੋਰ ਟੁੱਟ ਜਾਂਦੀ ਹੈ। ਵਾਹਿਗੁਰੂ ਦੀ ਸਹੁੰ ਮਾਂ ਜਾਏ ਭਰਾ ਚੰਗੇ ਹੋਣ ਜਾਂ ਭੈਣ ਬੜੀ ਦੌਲਤ ਹੁੰਦੀ ਨੇ, ਤੇ ਰਤਨ ਤੇ ਸਦਾ ਹੀ ਚੰਗਾ ਸੀ, ਬਹੁਤ ਹੀ ਚੰਗਾ, ਸਿਵਾਈ ਉਸ ਇੱਕ ਰਾਤ ਤੋਂ। ਉਹ ਸਦਾ ਹੀ ਬੜਾ ਬੀਬਾ ਤੇ ਪਿਆਰਾ ਭਰਾ ਸੀ। ਕੜੀ ਦਾ ਉਖੇੜਿਆ ਵਰ੍ਹਿਆਂ ਤੇ ਪੈ ਜਾਂਦਾ ਹੈ। ਸੁਣਿਆ ਹੈ ਰਤਨ ਸਿੰਘ ਨੂੰ ਵੀ ਮੇਰੇ ਮਗਰੋਂ ਕਦੀ ਕਿਸੇ ਨੇ ਹੱਸਦਿਆਂ ਨਹੀਂ ਵੇਖਿਆ, ਤੇ ਮੈਨੂੰ ਤੇ ਇੰਜ ਲੱਗਦਾ ਹੈ ਜਿਵੇਂ ਰੂਹ ਅਤੇ ਸੋਮੇ ਵਾਂਗੜ ਦੇ ਦਿਲ ਦੀ ਥਾਂ ਮੇਰੇ ਸੀਨੇ ਵਿੱਚ ਪੱਥਰ ਰੱਖਿਆ ਹੈ। ਪਰ ਇਹ ਪੱਥਰ ਵੀ ਉਸ ਵੇਲੇ ਕਿਉਂ ਵਾਂਗੂ ਪੰਘਰ ਜਾਂਦਾ ਹੈ ਜਦੋਂ ਰਤਨ ਦਾ ਉਸ ਰਾਤ ਵੇਲੇ ਪੀਲਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਜਾਂਦਾ ਹੈ। ਪਰ ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ? ਹੁਣ ਤਾਂ ਜ਼ਿੰਦਗੀ ਸ਼ਹਿਰ ਦੀਆਂ ਪੱਕੀਆਂ ਸੜਕਾਂ ਤੇ ਆ ਗਈ ਹੈ। ਨਾ ਉਹ ਪਿੰਡ ਤੇ ਤੋਰੀ ਦੇ ਫੁੱਲ ਤੇ ਨਾ ਉਹ ਮਿੱਟੀ ਨਾਲ ਭਰੀਆਂ ਰਾਹਾਂ, ਨਾ ਉਹ ਗੱਲ ਤੇ ਨਾ ਉਹ ਬਾਤ। ਜ਼ਿੰਦਗੀ ਕੁਝ ਹੋਰ ਹੀ ਹੋ ਗਈ ਹੈ। ਹੋਰ ਕੀ ਹੋ ਗਈ ਹੈ? ਬਦਲ ਗਈ ਹੈ। ਰਤਨ ਸਿੰਘ ਵੀ ਕੁਝ ਹੋਰ ਹੀ ਹੋ ਗਿਆ ਹੋਵੇਗਾ। ਚੰਦੋ ਵੀ ਬਦਲ ਗਈ ਹੋਵੇਗੀ। ਨਿੱਕੀਆਂ ਨਿੱਕੀਆਂ ਕੁੜੀਆਂ ਜਵਾਨ ਹੋ ਗਈਆਂ ਹੋਣਗੀਆਂ, ਜਵਾਨ ਵਿਆਹੀਆਂ ਗਈਆਂ ਹੋਣਗੀਆਂ ਤੇ ਵਿਆਹੀਆਂ ਕੁੜੀਆਂ ਬਾਲ ਬੱਚੇਦਾਰ ਹੋ ਗਈਆਂ ਹੋਣਗੀਆਂ। ਜ਼ਿੰਦਗੀ ਕਿਤਨੀ ਬਦਲ ਗਈ ਹੋਵੇਗੀ, ਵਾਹਿਗੁਰੂ ਹੀ ਜਾਣੇ। ਸ਼ਹਿਰ ਤੇ ਪਿੰਡ ਦੀ ਜ਼ਿੰਦਗੀ ਵਿੱਚ ਬਹੁਤ ਹੀ ਫਰਕ ਨਹੀਂ। ਖੋਰੇ ਤਾਂ ਇਹ ਇਸ ਸ਼ਹਿਰ ਵਿੱਚ ਰਹਿ ਕੇ ਮੈਨੂੰ ਕਿਉਂ ਤੋਰੀ ਦੇ ਫੁੱਲ ਨਹੀਂ ਭੁੱਲਦੇ ਕਦੇ ਵੀ। ਐਸੇ ਸ਼ਹਿਰ ਦੀਆਂ ਬਹੁਤੀਆਂ ਕੁੜੀਆਂ ਪੀਲੇ ਰੰਗ ਦੇ ਲੀੜੇ ਪਾਉਂਦੀਆਂ ਨੇ, ਤੇ ਜਿਹੜੇ ਪੀਲੇ ਰੰਗ ਦੇ ਕੱਪੜੇ ਨਹੀਂ ਪਾਉਂਦੀਆਂ, ਉਹਨਾਂ ਦਾ ਚਿਹਰੇ ਦਾ ਰੰਗ ਪੀਲਾ ਹੁੰਦਾ ਹੈ। ਕਚਹਿਰੀ ਬਾਜ਼ਾਰ ਵਿੱਚ ਵੜ ਕੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੈਂ ਕਿਸੇ ਤੋਰੀ ਦੇ ਪੈਲੀ ਵਿੱਚ ਆ ਵੜੀ ਹੋਵਾਂ। ਤੇ ਨਾਲੇ ਜੇ ਤੋਰੀ ਦੇ ਫੁੱਲ ਇਨਸਾਨ ਰਲਦੀਆਂ ਮਿਲਦੀਆਂ ਸ਼ੈਆਂ ਨੂੰ ਹੁੰਦੀਆਂ ਨੇ, ਤੇ ਸਮੀਨਾ ਵੀ ਮੈਨੂੰ ਤੋਰੀ ਦਾ ਇੱਕ ਉਦਾਸ ਜਿਹਾ ਫੁੱਲ ਕਿਉਂ ਲੱਗਦੀ ਹੈ। ਖੋਰੇ ਕਿੰਨੀ ਵਾਰੀ ਜੀ ਕੀਤਾ ਕਿ ਆਪਣੇ ਕੋਲ ਬੈਠੀ ਹੋਈ ਸਮੀਨਾ ਦਾ ਅੱਥਰੂਆਂ ਨਾਲ ਭਰਿਆ ਹੋਇਆ ਚਿਹਰਾ ਉਤਾਰ ਚੁੱਕ ਕੇ ਆਪਣੀਆਂ ਅੱਖਾਂ ਦੇ ਕੋਲ ਕਰ ਲਵਾਂ ਤੇ ਆਪਣੇ ਅੱਥਰੂਆਂ ਦੀ ਅੱਗ ਨਾਲ ਉਹਦੇ ਅੱਥਰੂਆਂ ਨੂੰ ਸੁਕਾ ਦੇਵਾਂ। ਕਈ ਵਾਰੀ ਦਿਲ ਕੀਤਾ ਹੈ ਉਸ ਡਰੀ ਹੋਈ ਸਹਿਮੀ ਜਿਹੀ ਕੁੜੀ ਨੂੰ ਆਪਣੇ ਨਾਲ ਲੈ ਕੇ ਆਖਾਂ ਬਸ ਇੱਕ ਵਾਰੀ ਹੱਸ, ਤੇ ਜਦੋਂ ਉਹ ਹੱਸੇ ਤਾਂ ਆਪਣੀ ਜ਼ਿੰਦਗੀ ਉਹਦੀਆਂ ਚਰਨਾਂ ਵਿੱਚ ਰੱਖ ਦਿਆਂ। ਕਈ ਵਾਰ ਜਦੋਂ ਉਹ ਮੇਰੇ ਦਿਲ ਦੇ ਹੱਥ ਰੱਖ ਕੇ ਆਖਦੀ ਹੈ, ਇਹ ਪੱਥਰ ਹੈ, ਉਹਨੂੰ ਅੱਖਾਂ ਨਹੀਂ, ਇੱਥੇ ਸੋਮੇ ਵਾਂਗੜ ਦਾ ਦਿਲ ਹੈ, ਸੋਮ ਵਾਂਗੜ ਦਾ। ਪਰ ਖੋਰੇ
ਕੀ ਗੱਲ ਹੈ, ਤੁਹਾਨੂੰ ਕੁਝ ਵੀ ਨਹੀਂ ਆਖ ਸਕਦਾ। ਤੇ ਜਦੋਂ ਉਹ ਮੈਨੂੰ ਮਿਲਣ ਆਉਂਦੀ ਹੈ ਤੇ ਮੈਂ ਚੁੱਪਚਾਪ ਉਹਨੂੰ ਵੇਖਦਾ ਰਹਿੰਦਾ ਹਾਂ ਤੇ ਉਹ ਜਾਂ ਰੋਂਦੀ ਰਹਿੰਦੀ ਹੈ ਜਾਂ ਬਿਟ ਬਿਟ ਮੇਰੀਆਂ ਅੱਖਾਂ ਵਿੱਚ ਵੇਖਦੀ ਹੈ, ਜਿਵੇਂ ਅੱਖਾਂ ਦੀ ਰਾਹ ਮੇਰੇ ਦਿਲ ਵਿੱਚ ਉਚਾਰਨ ਦਾ ਚਾਰ ਕਰਦੀ ਹੋਵੇ। ਤੇ ਇੱਕ ਦਿਨ ਤੇ ਉਹ ਅਜੀਜ਼ ਆ ਕੇ ਆਖਣ ਲੱਗੀ, ਤੇਰੇ ਵਿੱਚ ਜਜ਼ਬਾਤ ਹੀ ਨਹੀਂ। ਕਾਲਜ ਦੀ ਉਹ ਲਿਖੀ ਪੜ੍ਹੀ ਕੁੜੀ ਖੋਰੇ ਠੀਕ ਹੀ ਆਖਦੀ ਹੋਵੇ, ਪਰ ਅੱਜ ਕੱਲ੍ਹ ਦੀ ਗੱਲ ਹੈ ਜਦੋਂ ਮੇਰੇ ਵਿੱਚ ਇੰਨੀ ਅੱਗ ਸੀ ਕਿ ਮੇਰੇ ਕੋਲ ਖਲੋਤਾ ਬੰਦਾ ਸੇਕ ਨਾਲ ਹੀ ਪੰਘਰ ਜਾਂਦਾ ਸੀ। ਮੈਂ ਨਵਾਂ ਜਵਾਨੀ ਚੜ੍ਹਿਆ ਸਾਂ। ਉਹੀ ਠੋਈ ਦੇ ਪੂਛਲ ਵਰਗੀਆਂ ਉਤਾਂਹ ਨੂੰ ਉੱਠਦੀ ਹੋਈ ਮੁੱਛਾਂ, ਉਹੀ ਅੱਖਾਂ ਉੱਤੇ ਡਿੱਗੀ ਹੋਈ ਪੱਗ, ਉਹੀ ਲਿਸ਼ਕਦੇ ਫਲ ਵਾਲੀ ਛਵੀ, ਹੱਥ ਵਿੱਚ ਤੇ ਉਹੀ ਰਤਨ ਸਿੰਘ ਤੇ ਚੌਥੀ ਕੱਢੀ ਹੋਈ ਸ਼ਰਾਬ ਦਾ ਨਸ਼ਾ ਸਿਰ ਵਿੱਚ। ਮੈਂ ਪੂਰਾ ਗੱਭਰੂ ਸਾਂ, ਪਰ ਰਤਨ ਆਖਦਾ ਸੀ, ਭਾਊ ਪਤਾ ਹੈ ਗੱਭਰੂ ਕਦੋਂ ਪੂਰਾ ਬਣਦਾ ਹੈ? ਕਦੋਂ? ਮੈਂ ਪੁੱਛਦਾ। ਜਦੋਂ ਉਹਦੇ ਹੱਥ ਵਿੱਚ ਛਵੀ ਹੋਵੇ, ਉਹਦੇ ਡੱਬ ਵਿੱਚ ਸ਼ਰਾਬ ਦੀ ਬੋਤਲ ਤੇ ਦਿਲ ਵਿੱਚ ਕਿਸੇ ਰਨ ਦੀ ਮੂਰਤ ਹੋਵੇ, ਬੰਦਾ ਉਹ ਪੂਰਾ ਗੱਭਰੂ ਹੁੰਦਾ ਹੈ ਭਾਊ ਬਚਨ ਸਿੰਘ। ਹੱਲਾ ਮੈਂ ਉਹਦੀ ਗੱਲ ਸੁਣ ਕੇ ਹੱਸਦਾ ਤੇ ਉਹ ਵੀ ਹੱਸਣ ਲੱਗ ਪੈਂਦਾ। ਰਤਨ ਸਿੰਘ ਮਾਖੋ ਤੋਂ 2 ਦਰਜੇ ਨਿੱਕਾ ਸੀ ਤੇ ਉਹਦੀ ਉਮਰ ਕੋਈ 22-23 ਵਰ੍ਹੇ ਦੀ ਹੋਵੇਗੀ। ਅਸੀਂ ਦੋਵੇਂ ਭਰਾ ਸਾਂ। ਅੱਧਾ ਪਿੰਡ ਦੁਸ਼ਮਣ ਸੀ, ਪਰ ਸਾਡਾ ਬਾਪੂ ਜਿਹੜਾ ਆਪਣੇ ਵੇਲੇ ਮੰਨਿਆ ਪ੍ਰਮੰਨਿਆ ਸੂਰਮਾ ਸੀ, ਸਦਾ ਹੀ ਆਖਦਾ ਹੁੰਦਾ ਸੀ, ਬਚਨ ਮੇਰੀ ਇੱਕ ਅੱਖ ਹੀ ਤੇ ਰਤਨ ਤੇ ਦੂਸਰੀ ਤੱਕ ਮੇਰੀਆਂ ਦੋਵਾਂ ਅੱਖਾਂ ਵਿੱਚ ਚਾਨਣ ਹੈ। ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਗੱਲ ਵੀ ਠੀਕ ਸੀ। ਪਰ ਸੁਣਿਆ ਹੈ ਕਿ ਬਾਪੂ ਇੱਕ ਦਿਨ ਸੁੱਤਾ ਤੇ ਫਿਰ ਉੱਠਿਆ ਹੀ ਨਾ। ਮੈਂ ਉਦੋਂ ਕਾਲਜ ਵਿੱਚ ਪੜ੍ਹਦਾ ਹੁੰਦਾ ਸਾਂ। ਬਾਪੂ ਮਰ ਗਿਆ ਤੇ ਪਿੰਡ ਰਤਨ ਸਿੰਘ ਕੱਲਾ ਰਹਿ ਗਿਆ। ਨਾ ਕੋਈ ਚਾਚਾ, ਨਾ ਕੋਈ ਬਾਬਾ। ਮੇਰੇ ਦੇ ਰੱਬ ਦੇ ਸਿਵਾ ਰਤਨ ਸਿੰਘ ਦਾ ਹੋਰ ਹੈ ਵੀ ਕੌਣ ਸੀ? ਤੇ ਇਸ ਕਰਕੇ ਮੈਂ ਕਾਲਜ ਛੱਡ ਦਿੱਤਾ ਤੇ ਪਿੰਡ ਟੁਰ ਗਿਆ। ਰਤਨ ਸਿੰਘ ਅੱਗੇ ਹੀ ਆਕੜ ਕੇ ਟੁਰਦਾ ਹੁੰਦਾ ਸੀ, ਪਰ ਮੇਰੇ ਜਾਣ ਨਾਲ ਉਹ ਹੋਰ ਆਕੜ ਕੇ ਟੁਰਨ ਲੱਗ ਪਿਆ। ਉਹ ਬੜਾ ਹੀ ਖੁਸ਼ ਸੀ। ਸਦਾ ਹੀ ਆਖਦਾ ਹੁੰਦਾ ਸੀ ਕਿ ਭਾਊ ਇੱਕ ਤੇ 2 11। ਹੁਣ ਅਸੀਂ 2 ਹਾਂ ਤੇ ਭਾਵੇਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਏ, ਅਸੀਂ ਮਰੀਏ ਜਾਂ ਮਰੀਏ, ਪਰ ਭਾਊ ਕੱਲੇ ਬੰਦੇ ਦੀ ਵੀ ਕੋਈ ਵਾਹੀ ਹੁੰਦੀ ਹੈ। ਉਹ ਠੀਕ ਆਖਦਾ ਸੀ। ਅਸੀਂ ਦੋਵੇਂ ਹੀ ਚੰਗੇ ਹੱਥਾਂ ਪੈਰਾਂ ਵਾਲੇ ਸਾਂ। ਚੰਗੇ ਖਾਣ, ਚੰਗਾ ਪੀਣਾ, ਨਾ ਕੰਮ ਨਾ ਕਾਰ, ਵਾਹੀ ਅੱਧਦੀ ਸੀ। ਅਸੀਂ ਦੋਵੇਂ ਹੌਸਲੇ ਵਾਲੇ ਸਾਂ ਤੇ ਸਾਨੂੰ ਇੱਕ ਦੂਜੇ ਦੀ ਬਰਕਤ ਵੀ ਬੜੀ ਸੀ ਤੇ ਦਿਨ ਬੜੇ ਚੰਗੇ ਲੰਘਦੇ ਜਾਂਦੇ ਸਨ। ਉਹ ਪੋਹ ਮਾਹ ਦੇ ਠੰਡੇ ਦਿਨ ਸਨ ਜਦੋਂ ਸੂਰਜ ਦੀ ਪੂਰੀ ਲੋ ਵਿੱਚ ਮੈਂ ਚੰਦੇ ਨੂੰ ਵੇਖਿਆ ਤੇ ਆਪਣੇ ਲਈ ਚੁਣ ਲਿਆ। ਉਹ ਬਾਲੀਆਂ ਦੇ ਹਰਨਾਮ ਸਿੰਘ ਦੀ ਕੱਲੀ ਧੀ ਸੀ ਤੇ ਬਾਲੀਆਂ ਸਾਡੇ ਕੋਲੋਂ ਕੋਈ 3 ਕੋਹ ਸੀ। ਪਰ ਮੇਰੀ ਸਾਵੀ ਕੋੜੀ ਅੱਖ ਝਮਕਣ ਜਿੰਨਾ ਚਿਰ ਵਿੱਚ ਬਾਲੀਆਂ ਦੇ ਕੋਲ ਵਗਦੇ ਹੋਏ ਬਸੰਤਰ ਕੰਢੇ ਮੈਨੂੰ ਆਪਣਾ ਦਿੰਦੀ, ਜਿੱਥੇ ਚੰਦੋ ਬਹਿ ਕੇ ਮੈਨੂੰ ਉਡੀਕਦੀ ਹੁੰਦੀ ਸੀ। ਤੇ ਮੈਂ ਪਹਿਰ ਰਾਤ ਦਾ ਪਿੰਡ ਨਿਕਲਿਆ ਸਰਗੀ ਵੇਲੇ ਪਿੰਡ ਮੁੜਦਾ ਹੁੰਦਾ ਸਾਂ। ਘਰੋਂ ਰੋਟੀ ਖਾ ਕੇ ਮੈਂ ਛੇਤੀ ਹਵੇਲੀ ਆ ਜਾਂਦਾ ਹੁੰਦਾ ਸਾਂ ਤੇ ਉੱਥੇ ਹੀ ਸੌਂਦਾ ਹੁੰਦਾ ਸਾਂ ਤੇ ਰਤਨ ਘਰ ਬੇਬੇ ਕੋਲ ਮੰਜੀ ਢਾ ਕੇ ਸੌਂਦਾ ਹੁੰਦਾ ਸੀ। ਫਿਰ ਉਹ ਖੋਰੇ ਹਾੜ ਦੇ ਦਿਨ ਸਨ। ਰਤਨ ਆਪਣੇ ਯਾਰ ਬੇਲੀਆਂ ਨਾਲ 3-4 ਦਿਨਾਂ ਦਾ ਕਿਤੇ ਦੂਰ ਮੇਲਾ ਵੇਖਣ ਗਿਆ ਹੋਇਆ ਸੀ ਤੇ ਉਸ ਦਿਨ ਮੈਂ ਜਦੋਂ ਪਹਿਰ ਰਾਤ ਗਏ ਹਵੇਲੀ ਵਿੱਚ ਆਪਣੀ ਸਾਵੀ ਘੋੜੀ ਕੱਢੀ ਤੇ ਮੋਢੇ ਤੇ ਚਾਦਰਾਂ ਨਾਲ ਕਾਠੀ ਝਾੜ ਕੇ ਮੈਂ ਛਵੀ ਸਾਂਭ ਕੇ ਉੱਤੇ ਚੜ੍ਹਨ ਲੱਗਾ ਸਾਂ ਤੇ ਮੈਂ ਰਤਨ ਸਿੰਘ ਆ ਗਿਆ। ਉਹਦਾ ਚਿਹਰਾ ਉਤਰਿਆ ਜਿਹਾ ਸੀ। ਉਹਦਾ ਪਿੰਡ ਖੋਰੇ ਸਫ਼ਰ ਦੇ ਥਕਾਵਟ ਨਾਲ ਭੱਜਿਆ ਹੋਇਆ ਸੀ। ਕਦੋਂ ਆਇਆ ਵੇ ਰਤੋ? ਮੈਂ ਉਹਨੂੰ
ਪੁੱਛਣ ਵਿੱਚ ਪਹਿਲ ਕੀਤੀ। ਬਸ ਜ਼ਰਾ ਕੁ ਹੋਈ ਐ ਭਾਊ, ਰੋਟੀ ਹੀ ਖਾਧੀ ਹੈ। ਉਹਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਉਹ ਕੁਝ ਉਖੜਿਆ ਜਿਹਾ ਹੈ। ਆਖਣ ਲੱਗਾ, ਮੈਂ ਤਾਂ ਤੈਨੂੰ ਮਿਲਣ ਆਇਆ ਸਾਂ, ਪਰ ਤੂੰ ਕਿੱਥੇ ਚੱਲਿਆ? ਕਿੱਥੇ ਦਾ ਮੇਰਾ ਕੋਲ ਕੋਈ ਜਵਾਬ ਨਹੀਂ ਸੀ। ਰਾਤ ਦੇ ਉਸ ਵੇਲੇ ਮੈਂ ਉਹਨੂੰ ਕੀ ਦੱਸਦਾ ਮੈਂ ਕਿੱਥੇ ਚੱਲਿਆ ਹਾਂ, ਤੇ ਮੈਨੂੰ ਆਖਣ ਲੱਗਾ, ਜੇ ਕਿਸੇ ਗੱਭਰੂ ਨੂੰ ਮਿਲਣ ਚੱਲਿਆ ਤੇ ਜਾ, ਪਰ ਕਿਸੇ ਰਨ ਨੂੰ ਮਿਲਣ ਚੱਲਿਆ ਤੇ ਮੈਂ ਇਸ ਵੇਲੇ ਨਹੀਂ ਜਾਣ ਦੇਂਗਾ। ਤੇ ਉਸ ਅਗਾਂਹ ਵੱਧ ਕੇ ਮੇਰੀ ਕੋੜੀ ਦੀ ਵਾਂਗ ਫੜ ਲਈ। ਕਿਉਂ? ਮੇਰੇ ਮੂੰਹ ਵਿੱਚੋਂ ਬਸ ਇੱਕ ਹੀ ਲਫ਼ਜ਼ ਨਿਕਲਿਆ, ਉਹ ਭਾਊ, ਕਿੰਨੀਆਂ ਨਾਲ ਸਾਡਾ ਵੈਰ ਹੈ, ਤੂੰ ਆਖਣ ਕਿਉਂ ਨਹੀਂ ਦਿੰਦਾ? ਫਿਰ ਰਨ ਦਾ ਕੀ ਇਤਬਾਰ ਹੁੰਦਾ ਹੈ, ਤੇ ਮੈਂ ਉਹਨੂੰ ਇਕੱਲੇ ਹੀ ਨਹੀਂ ਜਾਣ ਦੇਣਾ। ਧਰਮ ਨਾਲ ਚੱਲਿਆ। ਮੈਂ ਹੱਸ ਕੇ ਉਹਨੂੰ ਆਖਿਆ, ਚੱਲ ਭਰਾ, ਅੱਜ ਤੂੰ ਵੀ ਮੇਰੇ ਨਾਲ ਚੱਲ, ਤੈਨੂੰ ਤੇਰੀ ਭਾਬੀ ਵਿਖਾਈਏ। ਪਰ ਛੇਤੀ ਕਰ, ਉਹ ਵਿਚਾਰੀ ਕਦੀ ਬੈਠੀ ਉਡੀਕਦੀ ਹੋਵੇਗੀ। ਤੇ ਰਤਨ ਨੇ ਆਪਣੀ ਚਾਦਰ ਦੇ ਡੱਬ ਵਿੱਚੋਂ ਬਰਛੀ ਦਾ ਫਲ ਕੱਢ ਕੇ ਹੱਥ ਵਿੱਚ ਫੜੀ ਡਾਂਗ ਨੂੰ ਚਾੜ ਲਿਆ ਤੇ ਪਲਾਕੀ ਮਾਰ ਕੇ ਮੇਰੇ ਪਿੱਛੇ ਚੜ੍ਹ ਕੇ ਆਖਣ ਲੱਗਾ, ਚੱਲ ਪਾਊ। ਪੂਰਾ ਚੰਨ ਦੀ ਲੋ ਨਾ ਜਿਵੇਂ ਦਿਨ ਚੜ੍ਹਿਆ ਹੋਇਆ ਸੀ। ਪਿੰਡ ਨਿਕਲਦਿਆਂ ਹੀ ਜਦੋਂ ਮੈਂ ਕੋੜੀ ਦਾ ਮੂੰਹ ਬਾਲੀਆਂ ਵੱਲ ਕੀਤਾ ਤੇ ਉਹ ਛੇਤੀ ਨਾਲ ਪੁੱਛਣ ਲੱਗਾ, ਪਾਊ, ਬਾਲੀਆਂ? ਆਹੋ, ਮੈਂ ਆਖਿਆ। ਰਾਹ ਵਿੱਚ ਉਸ ਬੰਨੇ ਹੋਰ ਕਈ ਪਿੰਡ ਨਹੀਂ ਸੀ। ਰਤਨ ਸਿੰਘ ਨੇ ਵੀ ਤਾਂ ਠੀਕ ਹੀ ਪੁੱਛਿਆ ਸੀ। ਉਹ ਕੌਣ ਹੈ ਪਾਊ? ਰਤਨ ਸਿੰਘ ਨੇ ਪੁੱਛਿਆ। ਚੱਲ ਕੇ ਵੇਖ ਲਵੀਂ। ਪਰ ਫਿਰ ਵੀ ਘੜੀ ਸਬਰ ਕਰ। ਫਿਰ ਵੀ ਪਾਊ, ਉਹ ਹੈ ਕੌਣ? ਉਹ ਕੁੜੀ ਦਾ ਨਾਂ ਪੁੱਛਣ ਤੇ ਤੁਲ ਗਿਆ ਸੀ ਖੋਰੇ। ਚੰਦੋ। ਆਖਿਰ ਮੈਂ ਉਹਨੂੰ ਦੱਸ ਹੀ ਦਿੱਤਾ। ਕਿਹੜੀ ਚੰਦੋ? ਉਹ ਛੇਤੀ ਨਾਲ ਆਖਣ ਲੱਗਾ। ਕਿਹੜੀ ਚੰਦੋ? ਹਰਨਾਮ ਸਿੰਘ ਦੀ ਧੀ। ਹੋਰ ਕਿਹੜੀ ਚੰਦੋ? ਧਰਮ ਨਾਲ ਪਾਊ। ਆਹੋ, ਮੈਂ ਹੈਰਾਨੀ ਨਾਲ ਉਹਨੂੰ ਆਖਿਆ। ਉਹ ਕੋਈ ਮਾੜੀ ਕੁੜੀ ਹੈ ਜਿਹੜਾ ਤੂੰ ਐਡਾ ਹੈਰਾਨ ਹੋਇਆ ਹੈ? ਪਰ ਰਤਨ ਕੁਛ ਨਾ ਬੋਲਿਆ। ਮੈਂ ਪਿਛਾਂਹ ਨੂੰ ਪਰਤ ਕੇ ਵੇਖਿਆ, ਪਰ ਚੰਨ ਦੀ ਤਿੱਖੀ ਰੌਸ਼ਨੀ ਵਿੱਚ ਮੈਨੂੰ ਉਹਦੇ ਚਿਹਰੇ ਦਾ ਕੁਛ ਨਾ ਲੱਭਾ। ਉਹ ਦੂਰ ਕਿਤੇ ਪਿਆ ਵੇਖਦਾ ਸੀ। ਫਿਰ ਇੱਕੋ ਵਾਰੀ ਜਿਵੇਂ ਕੋਈ ਗੱਲ ਯਾਦ ਆ ਗਈ ਹੋਵੇ, ਆਖਣ ਲੱਗਾ, ਭਾਊ, ਰਤਾ ਕੋੜੀ ਟੱਕ। ਕਿਉਂ? ਮੈਂ ਪੁੱਛਿਆ ਤੇ ਕੋੜੀ ਦੀਆਂ ਵਾਂਗਾਂ ਖਿੱਚ ਲਈਆਂ। ਕੋੜੀ ਖਲੋਂਦਿਆਂ ਹੀ ਉਹ ਛਾਲ ਮਾਰ ਕੇ ਉਤਰ ਗਿਆ। ਮੈਂ ਹੈਰਾਨੀ ਨਾਲ ਉਹਦੇ ਵੱਲ ਵੇਖਿਆ ਤੇ ਰਤਨ ਸਿੰਘ ਦੇ ਮੋਢੇ ਤੇ ਚਾਦਰਾਂ ਨਾਲ ਮੂੰਹ ਮੁਕੜ ਕੇ ਪੁੱਛ ਕੇ ਆਖਿਆ, ਤੂੰ ਵੀ ਉਤਰ ਆ। ਉਸੇ ਵੇਲੇ ਅਸੀਂ ਆਪਣੇ ਪਿੰਡ ਤੇ ਬਾਲੀਆਂ ਦੇ ਵਿਚਕਾਰ ਵਾਲੇ ਰੱਕੜ ਵਿੱਚ ਸਾਂ। ਕੀ ਗੱਲ ਹੈ? ਮੈਂ ਚਾਰ ਚੁਫੇਰੇ ਗੇੜੇ ਲੈ ਕੇ ਆਖਿਆ, ਜਿਵੇਂ ਆਲੇ ਦੁਆਲੇ ਕੋਈ ਖਤਰਾ ਹੋਵੇ। ਕੀ ਗੱਲ ਹੈ ਰਤੋ? ਤੇ ਮੈਂ ਵੀ ਕੋੜੀ ਥੱਲੇ ਉਤਰ ਗਿਆ। ਉਹ ਬਿਲਕੁਲ ਮੇਰੇ ਕੋਲ ਆ ਕੇ ਖਲੋ ਗਿਆ। ਉਹਦਾ ਚਿਹਰਾ ਉਦੋਂ ਤੋਰੀ ਦੇ ਫੁੱਲ ਵਾਂਗ ਪੀਲਾ ਸੀ, ਪਰ ਉਹਦੀਆਂ ਅੱਖਾਂ ਚੰਨ ਦੇ ਲੋ ਵਿੱਚ ਉਹਦੀ ਬਰਫੀ ਦੇ ਫਲ ਨਾਲੋਂ ਵੀ ਬਹੁਤੀਆਂ ਚਮਕਦੀਆਂ ਸਨ। ਉਹ ਬੜੀਆਂ ਡੂੰਘੀਆਂ ਅਤੇ ਚੁੱਭਣ ਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਪਿਆ ਵੇਖਦਾ ਸੀ। ਫਿਰ ਉਸ ਚਾਦਰ ਦਾ ਸਿਰ ਮੁੰਡਾਸਾ ਬੰਨ੍ਹ ਲਿਆ ਤੇ ਮੇਰੇ ਤੋਂ 4-5 ਕਦਮ ਪਿਛਾਂਹ ਨੂੰ ਹੋ ਕੇ ਉਸ ਬਰਛੀ ਸੱਜੇ ਹੱਥ ਵਿੱਚ ਤਕੜੀ ਕਰਕੇ ਫੜ ਲਈ ਤੇ ਆਖਣ ਲੱਗਾ, ਬਚਨਿਆ, ਸਾਡੇ ਵਿੱਚੋਂ ਇੱਕ ਬੰਦਾ ਸਵੇਰੇ ਦਾ ਸੂਰਜ ਵੇਖੇਗਾ। ਤੇ ਉਸ ਵੇਲੇ ਮੇਰੀ ਮਾਂ ਜਾਇਆ ਭਰਾ ਰਤੋ, ਜਿਸਨੂੰ ਮੈਂ ਕੱਲ੍ਹ ਤੱਕ ਮੋਢੇ ਤੇ ਚੁੱਕੀ ਫਿਰਦਾ ਸਾਂ, ਮੈਨੂੰ ਇੰਜ ਲੱਗਾ ਜਿਵੇਂ ਫਾਵਾ ਹੋ ਗਿਆ ਹੋਵੇ। ਮੈਂ ਕੋੜੀ ਦੀ ਵਾਂਗ ਛੱਡ ਕੇ ਛੇਤੀ ਨਾਲ ਛਵੀ ਸਾਂਭ ਲਈ ਤੇ ਪਿਛਾਂਹ ਹਟ ਗਿਆ। ਉਸ ਵੇਲੇ ਅਸਮਾਨਾਂ ਤੇ ਚੁੱਪ ਕਰਕੇ ਬੈਠੇ ਰੱਬ ਸਾਨੂੰ ਵੇਖਦਾ ਸੀ, ਜਾਂ ਜ਼ਮੀਨ ਤੇ ਸਾਡੇ ਕੋਲ ਖਲੋਤੀ ਸਾਬੀ ਕੋੜੀ ਤੇ ਹੋਰ ਦੂਰ-ਦੂਰ ਤੱਕ ਕੋਈ ਬੰਦਾ ਪਰਿੰਦਾ ਨਹੀਂ ਸੀ। ਤੇ ਰਤਨ ਸਿੰਘ ਮੇਰੇ ਲਈ ਪੁਜਾਰਾ ਜਿਹੀ ਬਣ ਗਿਆ ਸੀ। ਪਰ ਕਿਉਂ? ਮੈਂ ਇੰਨਾ ਹੀ ਪੁੱਛ ਸਕਿਆ। ਕਿਉਂ? ਉਹ ਜ਼ੋਰ ਦਾ ਹੱਸਿਆ ਤੇ ਜਿਹੜਾ ਜਾਣਦਾ ਵੀ ਨਹੀਂ ਸਾਂ ਤੇ ਡਰ ਕੇ
ਹੁੰਦਾ ਤਰਬਕ ਗਿਆ ਤੇ ਗਰਮੀ ਦੀ ਉਸ ਰਾਤ ਵਿੱਚ ਮੇਰੇ ਪਿੰਡ ਵਿੱਚ ਸਰਦੀ ਦੀ ਇੱਕ ਲਹਿਰ ਲੰਘ ਗਈ। ਰਤਨ ਆਖਣ ਡਿਆ ਸੀ, ਚੰਦੋ ਇੱਕ ਦੀ ਐ ਤੇ ਅਸੀਂ ਦੋ। ਪਰ ਰਤੋ, ਗੱਲ ਤੇ ਸੁਣ ਮੇਰੀ ਮੂਰਖਾ, ਮੈਂ ਤੈਨੂੰ ਦਬਾ ਮਾਰ ਕੇ ਪਿਆਰ ਨਾਲ ਆਖਿਆ। ਗੱਲ? ਉਹ ਫਿਰ ਉੱਚੀ ਸਾਰੀ ਹੱਸਿਆ ਤੇ ਇੰਜ ਲੱਗਾ ਜਿਵੇਂ ਹੱਸਿਆ ਨਹੀਂ ਹੋਵੇ, ਰੋਵੇ। ਗੱਲ ਕੀ ਹੈ? ਸਾਡੇ ਵਿੱਚੋਂ ਇੱਕ ਬੰਦਾ ਚੰਦੋ ਦਾ ਮੂੰਹ ਵੇਖੇਗਾ। ਤਗੜਾ ਹੋ ਜਾ ਤੇ ਉਸ ਬਰਛੀ ਤਾਣ ਕੇ ਮੇਰੇ ਤੇ ਹਮਲਾ ਕੀਤਾ। ਮੈਂ ਇੱਕ ਬੰਨੇ ਹੋ ਗਿਆ। ਸਰਦੀ ਦਾ ਇੱਕ ਹੋਰ ਲਹਿਰ ਮੇਰੇ ਪਿੰਡ ਦੇ ਵਿੱਚੋਂ ਹੀ ਲੰਘ ਗਿਆ। ਮੈਂ ਉਸ ਨੂੰ ਇਹ ਪਿਓ ਦਾ ਪੁੱਤਰ ਦਾ ਜਿਹਦਾ ਰਤਨ, ਮੈਂ ਵੀ ਉਸ ਮਾਂ ਦਾ ਦੁੱਧ ਪੀਤਾ ਹੈ ਜਿੱਦਾਂ ਉਸ। ਮੇਰੇ ਵਿੱਚ ਉਹਨਾਂ ਦੀ ਗੱਸਾ ਸੀ ਤੇ ਉਨਾ ਹੀ ਤਾਕਤ। ਪਰ ਫਿਰ ਵੀ ਮੈਂ ਉਸ ਵੇਲੇ ਰੋਤੇ ਕੋਲੋਂ ਕੁਝ ਖੌਫ ਖਾ ਗਿਆ। ਰੋਤੇ ਕੋਲੋਂ ਨਹੀਂ, ਆਪਣੇ ਆਪ ਕੋਲੋਂ। ਬਾਪੂ ਦੀ ਰੂਹ ਕੋਲੋਂ, ਜਿਹੜੀ ਸਾਡੇ ਕੋਲ ਖਲੋਤੀ ਹੋਈ ਸੀ ਤੇ ਜਿਹਨੇ ਮੇਰੇ ਕੰਨ ਵਿੱਚ ਹੌਲੀ ਜਿਹੀ ਬੋਲਿਆ, ਬਚਨਿਆ, ਤੂੰ ਮੇਰਾ ਇੱਕ ਅੱਖ ਦਾ ਨੂਰ ਹੈ ਤੇ ਰਤਨ ਦੂਜੀ ਦਾ। ਤੇ ਸਾਹਮਣੇ ਖਲੋਤਾ ਰਤਨ ਫਿਰ ਬਰਫ਼ ਤਾਣ ਕੇ ਮੇਰੇ ਵੱਲ ਆਇਆ ਤੇ ਮੈਂ ਆਪਣੀ ਛਵੀ ਹੇਠੋਂ ਸੁੱਟ ਦਿੱਤੀ ਤੇ ਮੇਰੇ ਮੂੰਹ ਵਿੱਚ ਸਮਾ ਹੀ ਨਿਕਲਿਆ, ਤੂੰ ਜਿੱਤ ਜਾ ਓਏ ਰਤਨ ਸਿੰਘ। ਤੇ ਮੈਂ ਜ਼ਮੀਨ ਤੇ ਬਹਿ ਗਿਆ। ਖਲੋਤਾ ਰਹਿੰਦਾ ਤੇ ਖੋਰੇ ਡਿੱਗ ਪੈਂਦਾ। ਉਹ ਰਤਨ ਦੀ ਤੇ ਮੇਰੀ ਆਖਰੀ ਮੁਲਾਕਾਤ ਸੀ ਤੇ ਉਹਦੇ ਮਗਰੋਂ ਮੈਂ ਅੱਜ ਤੱਕ ਪਿੰਡ ਨਹੀਂ ਗਿਆ। ਅਗਲੇ ਦਿਨ ਮੈਂ ਸ਼ਹਿਰ ਜਾ ਕੇ ਫੌਜ ਵਿੱਚ ਭਰਤੀ ਹੋ ਗਿਆ ਤੇ ਲਾਮ ਤੇ ਚਲਾ ਗਿਆ। 7 ਵਰ੍ਹੇ ਗੁਜ਼ਰ ਕੇ ਪਰਤਿਆ ਤੇ ਦੂਰ ਦਰਾਜ ਇਸ ਸ਼ਹਿਰ ਵਿੱਚ ਆ ਕੇ ਨੌਕਰੀ ਕਰ ਲਈ। ਉਸ ਰਾਤ ਤੋਂ ਲੈ ਕੇ ਇਸ ਰਾਤ ਤੱਕ ਕੋਈ ਐਸਾ ਤਰ੍ਹਾਂ ਦਾ ਦਿਨ ਤੇ ਰਾਤ ਨਹੀਂ ਗੁਜ਼ਰੀ ਜਦੋਂ ਮੈਨੂੰ ਰਤਨ ਯਾਦ ਨਾ ਆਇਆ ਹੋਵੇ। ਭੈੜਿਆ ਨਹੀਂ ਚੰਗਿਓ, ਉਕੜ ਮਾਂ ਜਾਇਆ ਸੀ ਤੇ ਉਸ ਰਾਤ ਦੀ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੇਰੇ ਅੰਦਰੋਂ ਕੋਈ ਸ਼ੈ ਮਰ ਗਈ ਹੋਵੇ। ਸੁਣਿਆ ਹੈ ਰਤਨ ਸਿੰਘ ਤੇ ਚੰਦੋ ਨੇ ਆਪਣੇ ਪਹਿਲੇ ਪੁੱਤਰ ਦਾ ਨਾਂ ਬਚਨ ਸਿੰਘ ਰੱਖਿਆ ਹੈ। ਸੁਣਿਆ ਹੈ ਰਤਨ ਨੂੰ ਉਦੋਂ ਤੋਂ ਲੈ ਕੇ ਕਦੀ ਕਿਸੇ ਹੱਸਿਆ ਨਹੀਂ ਵੇਖਿਆ। ਤੇ ਚੰਦੋ ਦਾ ਰੰਗ ਉੱਕਾ ਹੀ ਤੋਰੀ ਦੇ ਫੁੱਲ ਵਾਂਗਰ ਹੋ ਗਿਆ ਹੈ। ਤੋਰੀ ਦੇ ਫੁੱਲ ਜਿਹੜੇ ਵੱਡਿਆਂ ਸ਼ਹਿਰਾਂ ਵਿੱਚ ਨਹੀਂ ਲੱਭਦੇ, ਤੋਰੀ ਦੇ ਫੁੱਲ ਜਿਹੜੇ ਮੈਨੂੰ ਬੜੇ ਚੰਗੇ ਲੱਗਦੇ ਨੇ।